ਨੂੰ ਪਰਮਿੰਦਰ ਨੇ ਰਸੋਈ ਵਿੱਚ ਝਾਕ ਕੇ ਦੇਖਿਆ ਤਾਂ ਉਸਦੀ ਸੱਸ ਖਾਣਾ ਬਣਾ ਰਹੀ ਸੀ। ਤਾਂ ਨੂੰਹ ਨੇ ਆਪਣੀ ਸੱਸ ਨੂੰ ਉਸਦੇ ਨਾਮ ਨਾਲ ਸੰਬੋਧਿਤ ਕਰਦੇ ਹੋਏ ਕਿਹਾ, ਕਿਉਂ ਗੀਤਾ, ਬਹੁਤ ਦੇਰ ਹੋ ਗਈ, ਖਾਣਾ ਬਣਿਆ ਜਾਂ ਨਹੀਂ? ਖਾਣਾ ਬਣ ਗਿਆ ਹੋਵੇ ਤਾਂ ਮੇਰੇ ਕਮਰੇ ਵਿੱਚ ਲੈ ਕੇ ਆ ਜਾ। ਸੱਸ ਨੇ ਆਪਣੀ ਨੂੰਹ ਪਰਮਿੰਦਰ ਨੂੰ ਪਲਟ ਕੇ ਦੇਖਿਆ, ਫਿਰ ਕਹਿਣ ਲੱਗੀ, ਬਣ ਗਿਆ ਬੇਟਾ, ਬਸ ਹੁਣੇ ਲੈ ਕੇ ਆਉਂਦੀ ਹਾਂ। ਠੀਕ ਹੈ, ਜਲਦੀ ਲੈ ਕੇ ਆ। ਇਹ ਕਹਿ ਕੇ ਨੂੰਹ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ। ਗੀਤਾ ਜੀ ਨੇ ਇੱਕ ਥਾਲੀ ਵਿੱਚ ਸਾਰਾ ਖਾਣਾ ਲਗਾਇਆ ਅਤੇ ਨੂੰਹ ਦੇ ਕਮਰੇ ਵਿੱਚ ਲੈ ਕੇ ਚਲੀ ਗਈ। ਨੂੰਹ ਦੇ ਸਾਹਮਣੇ ਲੈ ਜਾ ਕੇ ਰੱਖ ਦਿੱਤਾ ਤਾਂ ਨੂੰਹ ਖਾਣਾ ਖਾਣ ਲੱਗੀ ਤਾਂ ਸੱਸ ਉੱਥੇ ਹੀ ਖੜੀ ਹੋ ਗਈ। ਤਾਂ ਨੂੰਹ ਬੋਲੀ, ਹੁਣ ਖਾਣਾ ਵੀ ਖਾਣ ਦੇਵੇਂਗੀ ਜਾਂ ਮੇਰੀ ਛਾਤੀ ਪਰ ਹੀ ਖੜੀ ਰਹੇਂਗੀ? ਜਾ ਕੇ ਬਾਕੀ ਕੰਮ ਜਲਦੀ ਜਲਦੀ ਨਿਪਟਾ। ਠੀਕ ਹੈ ਨੂੰਹ, ਇਹ ਕਹਿ ਕੇ ਸੱਸ ਨੂੰਹ ਦੇ ਕਮਰੇ ਤੋਂ ਬਾਹਰ ਨਿਕਲ ਆਉਂਦੀ ਹੈ ਅਤੇ ਰਸੋਈ ਵਿੱਚ ਫਿਰ ਤੋਂ ਆ ਜਾਂਦੀ ਹੈ ਅਤੇ ਰਸੋਈ ਦਾ ਕੰਮ ਜਲਦੀ ਜਲਦੀ ਨਿਪਟਾਉਣ ਲੱਗ ਜਾਂਦੀ ਹਨ। ਰਸੋਈ ਦਾ ਕੰਮ ਨਿਪਟਾ ਕੇ ਇੱਕ ਥਾਲੀ ਵਿੱਚ ਖਾਣਾ ਕੱਢਦੀ ਹਨ ਅਤੇ ਆਪਣੇ ਪੁੱਤ ਸੰਜੀਵ ਦੇ ਕਮਰੇ ਵਿੱਚ ਆ ਜਾਂਦੀ ਹਨ। ਸੰਜੀਵ ਗੀਤਾ ਜੀ ਦਾ ਛੋਟਾ ਪੁੱਤ ਹੈ ਜੋ ਕਿ ਅਪਾਹਜ ਹੈ ਅਤੇ ਆਪਣੀ ਲੱਤਾਂ ਨਾਲ ਤੁਰ ਫਿਰ ਨਹੀਂ ਸਕਦਾ। ਉਹ ਬਸ ਆਪਣੀ ਵੀਲ ਚੇਅਰ ਪਰ ਬੈਠਾ ਰਹਿੰਦਾ ਹੈ ਜਾਂ ਜਦ ਵੀਲ ਚੇਅਰ ਪਰ ਬੈਠਾ ਬੈਠਾ ਥੱਕ ਜਾਂਦਾ ਹੈ ਤਾਂ ਬਿਸਤਰ ਪਰ ਲੇਟ ਜਾਂਦਾ ਜਾਂ ਬੈਠ ਜਾਂਦਾ ਹੈ। ਗੀਤਾ ਜੀ ਖਾਣਾ ਲਿਆ ਕੇ ਆਪਣੇ ਪੁੱਤ ਨੂੰ ਆਪਣੇ ਹੱਥਾਂ ਨਾਲ ਖਿਲਾਉਂਦੀ ਹੈ ਅਤੇ ਉਸਦੇ ਬਾਅਦ ਖੁਦ ਵੀ ਖਾ ਲੈਂਦੀ ਹਨ। ਗੀਤਾ ਜੀ ਖਾਣਾ ਖਾ ਕੇ ਹਟੀ ਹੀ ਸੀ ਕਿ ਨੂੰਹ ਦੀ ਆਵਾਜ਼ ਆਉਂਦੀ ਹੈ, ਕਿੱਥੇ ਰਹਿ ਗਈ ਗੀਤਾ, ਇਹ ਭਾਂਡੇ ਚੁੱਕ ਕੇ ਲੈ ਜਾ। ਗੀਤਾ ਜੀ ਜਲਦੀ ਨਾਲ ਜਾਂਦੀ ਹਨ ਅਤੇ ਨੂੰਹ ਦੇ ਕਮਰੇ ਤੋਂ ਭਾਂਡੇ ਚੁੱਕਣ ਆਉਂਦੀ ਹਨ ਤਾਂ ਨੂੰਹ ਕਹਿੰਦੀ ਹੈ, ਹੁਣ ਮੇਰੇ ਲਈ ਇੱਕ ਕੱਪ ਚਾਹ ਬਣਾ ਕੇ ਵੀ ਲੈ ਕੇ ਆ, ਮੇਰੇ ਸਿਰ ਵਿੱਚ ਦਰਦ ਹੋ ਰਿਹਾ ਹੈ। ਠੀਕ ਹੈ ਨੂੰਹ। ਗੀਤਾ ਜੀ ਰਸੋਈ ਵਿੱਚ ਜਾਂਦੀ ਹਨ ਅਤੇ ਨੂੰਹ ਦੇ ਲਈ ਚਾਹ ਬਣਾ ਕੇ ਲਿਆਉਂਦੀ ਹਨ। ਫਿਰ ਨੂੰਹ ਸੱਸ ਨੂੰ ਟੇਢੀ ਨਜ਼ਰ ਨਾਲ ਦੇਖਦੀ ਹੈ ਅਤੇ ਕਹਿੰਦੀ ਹੈ, ਹੁਣ ਜਾ ਕੇ ਸਾਰੇ ਭਾਂਡੇ ਧੋ ਦੇ। ਠੀਕ ਹੈ ਨੂੰਹ। ਇਹ ਕਹਿ ਕੇ ਗੀਤਾ ਜੀ ਰਸੋਈ ਵਿੱਚ ਆ ਜਾਂਦੀ ਹਨ ਅਤੇ ਭਾਂਡੇ ਧੋਣ ਲੱਗਦੀ ਹਨ। ਭਾਂਡੇ ਧੋ ਕੇ ਗੀਤਾ ਜੀ ਆਪਣੇ ਪੁੱਤ ਸੰਜੀਵ ਦੇ ਕੋਲ ਆ ਕੇ ਬੈਠ ਜਾਂਦੀ ਹਨ ਅਤੇ ਉਸਦੇ ਸਿਰ ਪਰ ਹੱਥ ਫੇਰਦੀ ਹਨ। ਸੰਜੀਵ ਕਹਿੰਦਾ ਹੈ, ਮੰਮੀ ਤੁਹਾਡੇ ਤੋਂ ਕਿੰਨਾ ਕੰਮ ਕਰਾਉਂਦੀ ਹੈ ਭਾਬੀ, ਰਾਤ ਤੱਕ ਤੁਸੀਂ ਥੱਕ ਕੇ ਚੂਰ ਹੋ ਜਾਂਦੀ ਹੋ। ਗੀਤਾ ਜੀ ਥਕੇ ਲਹਿਜੇ ਵਿੱਚ ਜਵਾਬ ਦਿੰਦੀ ਹਨ, ਪੁੱਤ ਹੀ ਨਸੀਬ ਹੈ ਮੇਰਾ, ਤਾਂ ਕਿਆ ਕਰ ਸਕਦੇ ਹਾਂ, ਜਦ ਤੱਕ ਜੀਵਨ ਹੈ ਜਿਉਣਾ ਤਾਂ ਹੈ ਹੀ। ਪਰਮਿੰਦਰ ਸੰਜੀਵ ਦੇ ਕਮਰੇ ਦੇ ਬਾਹਰ ਹੀ ਸੀ ਅਤੇ ਇਹ ਸਭ ਸੁਣ ਲੈਂਦੀ ਹੈ ਅਤੇ ਅੰਦਰ ਆ ਕੇ ਸੰਜੀਵ ਦੇ ਥੱਪੜ ਜੜ ਦਿੰਦੀ ਹੈ। ਸੰਜੀਵ ਅਤੇ ਗੀਤਾ ਜੀ ਰੋਣ ਲੱਗਦੇ ਹਨ ਤਾਂ ਕਹਿੰਦੀ ਹੈ, ਜੇਕਰ ਜ਼ੁਬਾਨ ਨੂੰ ਬੰਦ ਨਹੀਂ ਰੱਖਿਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਜਦੀ ਗੀਤਾ ਜੀ ਦੇ ਪਤੀ ਬਲਬੀਰ ਸਿੰਘ ਜੀ ਅਤੇ ਉਹਨਾਂ ਦਾ ਵੱਡਾ ਪੁੱਤ ਮਨਜੀਤ ਆਉਂਦੇ ਹਨ ਤਾਂ ਪਰਮਿੰਦਰ ਉਹਨਾਂ ਦੀ ਤਰਫ ਇਸ਼ਾਰਾ ਕਰਦੇ ਹੋਏ ਚੁੱਪ ਰਹਿਣੇ ਨੂੰ ਬੋਲਦੀ ਹੈ ਅਤੇ ਦੌੜੀ ਦੌੜੀ ਪਾਣੀ ਲੈ ਕੇ ਆਉਂਦੀ ਹੈ ਅਤੇ 5 ਮਿੰਟ ਬਾਅਦ ਆਪਣੇ ਸਹੁਰੇ ਨੂੰ ਖਾਣੇ ਨੂੰ ਪੁੱਛਦੀ ਹੈ ਤਾਂ ਉਹ ਖਾਣਾ ਲਗਾਉਣੇ ਦੇ ਲਈ ਬੋਲ ਦਿੰਦੇ ਹਨ ਤਾਂ ਦੌੜੀ ਦੌੜੀ ਜਾਂਦੀ ਹੈ, ਖਾਣਾ ਟੇਬਲ ਪਰ ਲਗਾ ਦਿੰਦੀ ਹੈ। ਆਪਣੇ ਸਹੁਰੇ ਦੇ ਆਉਂਦੇ ਹੀ ਨੂੰ ਇੱਕ ਪੈਰ ਪਰ ਖੜੀ ਹੋ ਜਾਂਦੀ ਹੈ। ਗੀਤਾ ਜੀ ਸਹਿਮੀ ਜਿਹੀ ਇੱਕ ਤਰਫ ਬੈਠੀ ਰਹਿੰਦੀ ਹਨ। ਦੋਵੇਂ ਬਾਪ ਪੁੱਤ ਖਾਣਾ ਖਾ ਲੈਂਦੇ ਹਨ। ਫਿਰ ਪਰਮਿੰਦਰ ਜਲਦੀ ਜਲਦੀ ਸਭ ਸਮੇਟ ਦਿੰਦੀ ਹੈ। ਬਲਬੀਰ ਸਿੰਘ ਜੀ ਦੀ ਖੁਦ ਦੀ ਭਾਂਡਿਆਂ ਦੀ ਫੈਕਟਰੀ ਸੀ। ਵੱਡੇ ਪੁੱਤ ਮਨਜੀਤ ਨੂੰ ਗ੍ਰੈਜੂਏਸ਼ਨ ਦੀ ਪ੍ਰੀਖਿਆ ਦੇ ਬਾਅਦ ਆਪਣੇ ਨਾਲ ਹੀ ਲਗਾ ਲਿਆ ਸੀ, ਜਦਕਿ ਛੋਟਾ ਪੁੱਤ ਸੰਜੀਵ 20 ਸਾਲ ਦਾ ਸੀ ਅਤੇ ਅਪਾਹਜ ਹੋਣੇ ਦੇ ਕਾਰਨ ਜ਼ਿਆਦਾਤਰ ਘਰ ਪਰ ਹੀ ਰਹਿੰਦਾ ਸੀ। ਸੰਜੀਵ 12ਵੀਂ ਕਲਾਸ ਤੱਕ ਪੜ੍ਹਿਆ ਸੀ। ਬਲਬੀਰ ਸਿੰਘ ਜੀ ਇੱਕ ਮਜ਼ਬੂਤ ਵਿਅਕਤੀ ਅਤੇ ਬਹੁਤ ਹੀ ਸਤਿਕਾਰਯੋਗ ਵਿਅਕਤੀ ਸੀ। ਬਾਹਰ ਤੋਂ ਜਿੰਨੇ ਕਠੋਰ ਸੁਭਾਅ ਦੇ ਸੀ, ਅੰਦਰ ਤੋਂ ਉਨੇ ਹੀ ਨਰਮ ਸੀ। ਜਦ ਉਹਨਾਂ ਦਾ ਗੀਤਾ ਜੀ ਨਾਲ ਵਿਆਹ ਹੋਇਆ ਸੀ ਤਾਂ ਉਹਨਾਂ ਦੇ ਕੋਲ ਸਿਰਫ ਇੱਕ ਛੋਟੀ ਜਿਹੀ
ਭਾਂਡਿਆਂ ਦੀ ਦੁਕਾਨ ਸੀ। ਹੌਲੀ-ਹੌਲੀ ਉਹਨਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਆਪਣੀ ਖੁਦ ਦੀ ਭਾਂਡੇ ਬਣਾਉਣੇ ਦੀ ਫੈਕਟਰੀ ਲਗਾ ਲਈ ਸੀ ਅਤੇ ਫੈਕਟਰੀ ਦੇ ਬਣਨੇ ਦੇ ਬਾਅਦ ਉਹਨਾਂ ਨੇ ਦਿਨ-ਰਾਤ ਮਿਹਨਤ ਕਰਕੇ ਅੱਜ ਬਹੁਤ ਉੱਚਾ ਮਕਾਨ ਬਣਾ ਲਿਆ ਸੀ। ਬਲਬੀਰ ਸਿੰਘ ਜੀ ਬਹੁਤ ਦਿਆਲੂ ਸੁਭਾਅ ਦੇ ਹਨ। ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਨ ਦੇ ਲਈ ਹਮੇਸ਼ਾ ਅੱਗੇ ਰਹਿੰਦੇ ਸੀ, ਪਰ ਜਲਦੀ ਨਾਲ ਕਿਸੇ ਪਰ ਵਿਸ਼ਵਾਸ ਨਹੀਂ ਕਰਦੇ ਸੀ। ਇਸ ਲਈ ਆਰਥਿਕ ਸਥਿਤੀ ਚੰਗੀ ਹੋਣੇ ਦੇ ਕਾਰਨ ਵੀ ਆਪਣੇ ਘਰ ਵਿੱਚ ਕਿਸੇ ਨੌਕਰ ਨੂੰ ਨਹੀਂ ਰੱਖਦੇ ਸੀ। ਗੀਤਾ ਜੀ ਨੇ ਵੀ ਆਪਣੇ ਪਤੀ ਦਾ ਹਰ ਕਦਮ ਪਰ ਹਰ ਦੁੱਖ ਸੁੱਖ ਵਿੱਚ ਸਾਥ ਦਿੱਤਾ ਸੀ। ਇਸ ਕਾਰਨ ਆਪਣੀ ਪਤਨੀ ਨਾਲ ਉਹ ਬਹੁਤ ਜ਼ਿਆਦਾ ਪਿਆਰ ਕਰਦੇ ਸੀ। ਗੀਤਾ ਜੀ ਇੱਕ ਪੜ੍ਹੀ ਲਿਖੀ ਪਰੰਤੂ ਸਿੱਧੀ ਸਾਦੀ ਘਰੇਲੂ ਮਹਿਲਾ ਸੀ। ਝੂਠ, ਫਰੇਬ, ਲਾਚਾਰ, ਨਫ਼ਰਤ ਇਹ ਸਭ ਗੱਲਾਂ ਉਹਨਾਂ ਵਿੱਚ ਦੂਰ ਦੂਰ ਤੱਕ ਨਹੀਂ ਸੀ। ਉਹ ਬਸ ਆਪਣੇ ਕੰਮ ਵਿੱਚ ਲੱਗੀ ਰਹਿੰਦੀ ਸੀ ਅਤੇ ਸੰਜੀਵ ਪਰ ਤਾਂ ਜਾਨ ਛਿੜਕਦੀ ਸੀ। ਬਲਬੀਰ ਸਿੰਘ ਜੀ ਆਪਣੇ ਦੋਵੇਂ ਪੁੱਤਾਂ ਨਾਲ ਵੀ ਬਹੁਤ ਜ਼ਿਆਦਾ ਪਿਆਰ ਕਰਦੇ ਸੀ, ਪਰੰਤੂ ਦੋਵੇਂ ਪੁੱਤਾਂ ਵਿੱਚ ਤੋਂ ਉਹ ਛੋਟੇ ਪੁੱਤ ਸੰਜੀਵ ਨੂੰ ਜ਼ਿਆਦਾ ਪਿਆਰ ਕਰਦੇ ਸੀ। ਬਲਬੀਰ ਸਿੰਘ ਜੀ ਸਵੇਰੇ ਸਵੇਰੇ ਘਰ ਤੋਂ ਨਿਕਲ ਜਾਂਦੇ ਅਤੇ ਦੇਰ ਰਾਤ ਘਰ ਮੁੜਦੇ ਸੀ। ਇਸ ਲਈ ਘਰ ਵਿੱਚ ਕਿਆ ਹੋ ਰਿਹਾ ਹੈ ਕਿਆ ਨਹੀਂ, ਇਸ ਦੀ ਉਹਨਾਂ ਨੂੰ ਭਣਕ ਤੱਕ ਨਾ ਸੀ, ਕਿਉਂਕਿ ਉਹਨਾਂ ਦੇ ਹਿਸਾਬ ਨਾਲ ਤਾਂ ਸਭ ਸਹੀ ਚੱਲ ਰਿਹਾ ਸੀ, ਪਰੰਤੂ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੀ ਨੂੰਹ ਪਰਮਿੰਦਰ ਉਹਨਾਂ ਦੀ ਪਤਨੀ ਅਤੇ ਪੁੱਤ ਪਰ ਅਤਿਆਚਾਰ ਕਰਦੀ ਹੈ। ਵੱਡੇ ਪੁੱਤ ਦੇ ਵਿਆਹ ਨੂੰ 10 ਸਾਲ ਹੋ ਚੁੱਕੇ ਸੀ। ਆਪਣੀ ਸੱਸ ਤੋਂ ਸਾਰੇ ਕੰਮ ਕਰਵਾਉਂਦੀ ਹੈ, ਉਹਨਾਂ ਨੂੰ ਉਹਨਾਂ ਦੇ ਨਾਮ ਨਾਲ ਸੰਬੋਧਿਤ ਕਰਦੀ ਹੈ ਅਤੇ ਸੰਜੀਵ ਨੂੰ ਵੀ ਮਾਰਦੀ ਹੈ। ਹੋਰ ਤਾਂ ਹੋਰ ਉਹਨਾਂ ਨੂੰ ਧਮਕੀ ਦਿੰਦੀ ਹੈ ਕਿ ਜੇਕਰ ਇਸ ਦੇ ਬਾਰੇ ਵਿੱਚ ਕੁਝ ਵੀ ਬਲਬੀਰ ਸਿੰਘ ਜੀ ਨੂੰ ਦੱਸਿਆ ਤਾਂ ਸੰਜੀਵ ਨੂੰ ਮਾਰ ਦੇਵੇਗੀ ਅਤੇ ਸੰਜੀਵ ਨੂੰ ਧਮਕੀ ਦਿੰਦੀ ਹੈ ਕਿ ਤੇਰੀ ਮਾਂ ਨੂੰ ਮਾਰ ਦੇਵੇਗੀ ਅਤੇ ਆਪਣੇ ਸਹੁਰੇ ਦੇ ਆਉਣੇ ਪਰ ਬਹੁਤ ਜ਼ਿਆਦਾ ਉੱਤਮ ਸੰਸਕਾਰੀ ਨੂੰਹ ਦਾ ਰੂਪ ਧਾਰਨ ਕਰ ਲੈਂਦੀ ਸੀ। ਅੱਜ ਵੀ ਹਰ ਦਿਨ ਦੀ ਤਰ੍ਹਾਂ ਐਸਾ ਹੀ ਹੋਇਆ। ਆਪਣੇ ਸਹੁਰੇ ਦੇ ਆਉਣੇ ਪਰ ਇੱਕ ਪੈਰ ਪਰ ਖੜੀ ਰਹੀ। ਫਿਰ ਬਲਬੀਰ ਸਿੰਘ ਜੀ ਸੰਜੀਵ ਦੇ ਕਮਰੇ ਵਿੱਚ ਚਲੇ ਜਾਂਦੇ ਹਨ ਅਤੇ ਮਨਜੀਤ ਆਪਣੇ ਕਮਰੇ ਵਿੱਚ ਪਿੱਛੇ ਪਿੱਛੇ ਪਰਮਿੰਦਰ ਵੀ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ। ਬਲਬੀਰ ਸਿੰਘ ਜੀ ਪਹਿਲਾਂ ਆਪਣੀ ਪਤਨੀ ਗੀਤਾ ਦੀ ਤਰਫ ਦੇਖਦੇ ਹਨ, ਫਿਰ ਸੰਜੀਵ ਦੀ ਤਰਫ ਅਤੇ ਕਹਿੰਦੇ ਹਨ, ਕਿਆ ਗੱਲ ਹੈ ਗੀਤਾ, ਤੇਰਾ ਚਿਹਰਾ ਕਿਉਂ ਉਤਰਿਆ ਹੋਇਆ ਹੈ? ਬਹੁਤ ਥੱਕੀ ਹੋਈ ਦਿਖਾਈ ਦੇ ਰਹੀ ਹੋ। ਬਲਕਿ ਅੱਜ ਦੀ ਹੀ ਗੱਲ ਨਹੀਂ ਹੈ, ਮੈਂ ਹਰ ਰੋਜ਼ ਦੇਖਦਾ ਹਾਂ ਤੁਸੀਂ ਦੋਵੇਂ ਮੈਨੂੰ ਇਵੇਂ ਹੀ ਨਜ਼ਰ ਆਉਂਦੇ ਹੋ। ਮੈਨੂੰ ਦੱਸੋ ਗੀਤਾ, ਕਿਸ ਚੀਜ਼ ਦੀ ਕਮੀ ਹੈ ਜਾਂ ਕੋਈ ਕਸ਼ਟ ਹੈ ਤੁਸੀਂ ਦੋਨਾਂ ਨੂੰ? ਤੁਸੀਂ ਦੋਨਾਂ ਦੀ ਖੁਸ਼ੀ ਤੋਂ ਵੱਧ ਕੇ ਮੇਰੇ ਲਈ ਕੁਝ ਨਹੀਂ ਹੈ, ਪਰ ਤੁਸੀਂ ਦੋਵੇਂ ਮੈਨੂੰ ਖੁਸ਼ ਕਿਉਂ ਨਹੀਂ ਦਿਖਾਈ ਦਿੰਦੇ ਹੋ? ਗੀਤਾ ਅਤੇ ਸੰਜੀਵ ਇੱਕ ਦੂਸਰੇ ਦੀ ਤਰਫ ਦੇਖਣ ਲੱਗਦੇ ਹਨ ਅਤੇ ਗੀਤਾ ਜੀ ਅੱਖਾਂ ਦੀ ਭਾਸ਼ਾ ਨਾਲ ਸੰਜੀਵ ਨੂੰ ਮਨਾ ਕਰ ਦਿੰਦੀ ਹਨ। ਗੀਤਾ ਜੀ ਕਹਿੰਦੀ ਹਨ, ਨਹੀਂ ਜੀ, ਤੁਹਾਨੂੰ ਇਵੇਂ ਹੀ ਲੱਗਦਾ ਰਹਿੰਦਾ ਹੈ। ਅਸੀਂ ਤਾਂ ਬਹੁਤ ਖੁਸ਼ ਹਾਂ, ਸਾਨੂੰ ਕੋਈ ਕਸ਼ਟ ਕਿਉਂ ਹੁੰਦਾ? ਤੁਹਾਡੇ ਹੁੰਦੇ ਹੋਏ ਸਾਨੂੰ ਕਦੀ ਕੋਈ ਕਸ਼ਟ ਹੋ ਸਕਦਾ ਹੈ ਕਿਆ? ਤੁਸੀਂ ਪੂਰਾ ਦਿਨ ਫੈਕਟਰੀ ਵਿੱਚ ਥੱਕ ਜਾਂਦੇ ਹੋ ਨਾ, ਤਾਂ ਤੁਹਾਨੂੰ ਐਸਾ ਹੀ ਪ੍ਰਤੀਤ ਹੁੰਦਾ ਹੈ। ਆਓ ਮੈਂ ਤੁਹਾਡੇ ਸਿਰ ਵਿੱਚ ਤੇਲ ਲਗਾ ਕੇ ਮਾਲਿਸ਼ ਕਰ ਦਿੰਦੀ ਹਾਂ। ਬਲਬੀਰ ਜੀ ਅਤੇ ਗੀਤਾ ਜੀ ਆਪਣੇ ਕਮਰੇ ਵਿੱਚ ਆ ਜਾਂਦੇ ਹਨ ਅਤੇ ਗੀਤਾ ਜੀ ਬਲਬੀਰ ਜੀ ਦੇ ਤੇਲ ਲਗਾਉਣਾ ਸ਼ੁਰੂ ਕਰ ਦਿੰਦੀ ਹਨ। ਮਾਲਿਸ਼ ਕਰਕੇ ਉਹਨਾਂ ਨੂੰ ਸੁਲਾ ਦਿੰਦੀ ਹਨ। ਫਿਰ ਸੰਜੀਵ ਦੇ ਕਮਰੇ ਵਿੱਚ ਆ ਕੇ ਸੰਜੀਵ ਦੇ ਸਿਰ ਵਿੱਚ ਤੇਲ ਲਗਾਉਂਦੀ ਹਨ ਅਤੇ ਸੰਜੀਵ ਵੀ ਸੋ ਜਾਂਦਾ ਹੈ। ਤਾਂ ਗੀਤਾ ਜੀ ਆਪਣੇ ਕਮਰੇ ਵਿੱਚ ਆ ਕੇ ਆਪਣੀ ਅਲਮਾਰੀ ਵਿੱਚ ਘੁਸਦੀ ਹਨ ਅਤੇ ਇੱਕ ਡਾਇਰੀ ਕੱਢ ਕੇ ਉਸ ਵਿੱਚ ਲਿਖਣਾ ਸ਼ੁਰੂ ਕਰ ਦਿੰਦੀ ਹਨ ਅਤੇ ਕੁਝ ਸਮੇਂ ਬਾਅਦ ਡਾਇਰੀ ਨੂੰ ਲੁਕਾ ਕੇ ਉਸੀ ਜਗ੍ਹਾ ਰੱਖ ਕੇ ਸੋ ਜਾਂਦੀ ਹਨ। ਅਗਲੇ ਦਿਨ ਗੀਤਾ ਜੀ ਸਵੇਰੇ ਜਲਦੀ ਉੱਠ ਕੇ ਪੂਜਾ ਪਾਠ ਕਰਕੇ ਕੰਮ ਵਿੱਚ ਲੱਗ ਜਾਂਦੀ ਹਨ। ਜਦ ਤੱਕ ਬਲਬੀਰ ਸਿੰਘ ਜੀ ਨਹੀਂ ਉੱਠਦੇ, ਜਦ ਤੱਕ ਨੂੰਹ ਵੀ ਸੌਂਦੀ ਰਹਿੰਦੀ ਹੈ। ਉਹਨਾਂ ਦੇ ਉੱਠਣੇ ਦੇ ਬਾਅਦ ਨੂੰਹ ਜਲਦੀ ਜਲਦੀ ਕੰਮ ਵਿੱਚ ਲੱਗ ਕੇ ਆਪਣਾ ਨਾਟਕ ਸ਼ੁਰੂ ਕਰ ਦਿੰਦੀ ਹੈ
ਅਤੇ ਬਲਬੀਰ ਸਿੰਘ ਜੀ ਦੇ ਜਾਂਦੇ ਹੀ ਆਪਣੀ ਸੱਸ ਅਤੇ ਦੇਵਰ ਨੂੰ ਟਾਰਚਰ ਕਰਨਾ ਸ਼ੁਰੂ ਕਰ ਦਿੰਦੀ ਹੈ। ਘਰ ਦਾ ਸਾਰਾ ਖਰਚ ਬਲਬੀਰ ਸਿੰਘ ਜੀ ਹੀ ਕਰਦੇ ਹਨ। ਰੁਪਇਆ ਪੈਸਾ ਸਭ ਕੁਝ ਬਲਬੀਰ ਸਿੰਘ ਜੀ ਦੇ ਹੱਥ ਵਿੱਚ ਹੀ ਰਹਿੰਦਾ ਹੈ। ਮਨਜੀਤ ਵਿੱਚ ਉਹ ਗੱਲ ਨਹੀਂ ਸੀ ਜੋ ਕਿ ਇੱਕ ਵੱਡੇ ਪੁੱਤ ਵਿੱਚ ਹੋਣੀ ਚਾਹੀਦੀ। ਉਹ ਕਾਮਚੋਰ ਸੀ। ਉਹ ਆਪਣੀ ਜ਼ਿੰਮੇਵਾਰੀ ਚੁੱਕਣੇ ਤੋਂ ਬਚਦਾ ਸੀ। ਉਸਦੀ ਕੰਮ ਵਿੱਚ ਰੁਚੀ ਬਹੁਤ ਘੱਟ ਸੀ, ਪਰ ਪਿਤਾ ਜੀ ਦੇ ਭਾਈ ਦੇ ਨਾਲ ਜਾ ਕੇ ਫੈਕਟਰੀ ਵਿੱਚ ਇੱਧਰ ਉੱਧਰ ਨਜ਼ਰ ਜਮਾਏ ਰੱਖਦਾ ਸੀ। ਦੂਜੇ ਪਾਸੇ ਨੂੰਹ ਨੇ ਆਪਣੀ ਸੱਸ ਅਤੇ ਦੇਵਰ ਦਾ ਜੀਣਾ ਹਰਾਮ ਕਰ ਰੱਖਿਆ ਸੀ। ਉਸਦਾ ਅਤਿਆਚਾਰ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਸੀ। ਇੱਕ ਦਿਨ ਗੀਤਾ ਜੀ ਤੋਂ ਰੋਟੀ ਬਣਾਉਣੇ ਵਿੱਚ ਦੇਰ ਕਿਆ ਹੋ ਗਈ ਤਾਂ ਨੂੰਹ ਨੇ ਆਪਣੀ ਸੱਸ ਦਾ ਹੱਥ ਗਰਮ ਤਵੇ ਪਰ ਰੱਖ ਦਿੱਤਾ। ਗੀਤਾ ਜੀ ਦੇ ਮੂੰਹ ਤੋਂ ਚੀਕ ਨਿਕਲ ਗਈ ਅਤੇ ਅੱਖਾਂ ਤੋਂ ਹੰਝੂ ਵਹਿੰਦੇ ਰਹੇ। ਸੰਜੀਵ ਵੀ ਆਪਣੀ ਮਾਂ ਦੀ ਚੀਕ ਸੁਣ ਕੇ ਬਾਹਰ ਨਿਕਲ ਆਇਆ ਅਤੇ ਆਪਣੀ ਭਾਬੀ ਨੂੰ ਕਹਿਣ ਲੱਗਾ, ਭਾਬੀ ਅੱਜ ਮੈਂ ਪਾਪਾ ਨੂੰ ਜ਼ਰੂਰ ਦੱਸੂਗਾ ਕਿ ਤੁਸੀਂ ਮੰਮੀ ਦਾ ਹੱਥ ਜਲਾਇਆ ਹੈ। ਪਰਮਿੰਦਰ ਚਮਚਾ ਚੁੱਕ ਕੇ ਸੰਜੀਵ ਦੇ ਸਿਰ ਵਿੱਚ ਮਾਰ ਦਿੰਦੀ ਹੈ। ਸੰਜੀਵ ਤੜਫ ਉੱਠਦਾ ਹੈ ਅਤੇ ਰੋਣ ਲੱਗਦਾ ਹੈ। ਗੀਤਾ ਜੀ ਆਪਣੇ ਪੁੱਤ ਕੋਲ ਦੌੜੀ ਆਉਂਦੀ ਹਨ ਅਤੇ ਉਸ ਨੂੰ ਸੀਨੇ ਨਾਲ ਲਗਾ ਲੈਂਦੀ ਹਨ। ਪਰਮਿੰਦਰ ਉਹਨਾਂ ਨੂੰ ਧਮਕੀ ਦਿੰਦੀ ਹੈ ਅਤੇ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ। ਗੀਤਾ ਜੀ ਆਪਣੇ ਪੁੱਤ ਨੂੰ ਲੈ ਕੇ ਕਮਰੇ ਵਿੱਚ ਚਲੀ ਜਾਂਦੀ ਹਨ ਅਤੇ ਦੋਵੇਂ ਬਹੁਤ ਰੋਂਦੇ ਹਨ। ਸੰਜੀਵ ਕਹਿੰਦਾ ਹੈ, ਮੰਮੀ ਤੁਸੀਂ ਮੇਰੇ ਕਰਕੇ ਇੰਨਾ ਕਸ਼ਟ ਨਾ ਸਹੋ। ਮੈਂ ਤਾਂ ਨਾ ਮਰੇ ਲੋਕਾਂ ਵਿੱਚ ਹਾਂ ਨਾ ਜਿਉਂਦੇ ਲੋਕਾਂ ਵਿੱਚ ਹਾਂ। ਤੁਸੀਂ ਮੈਨੂੰ ਮਰ ਜਾਣੇ ਦਵੋ। ਤੁਸੀਂ ਅੱਜ ਪਾਪਾ ਨੂੰ ਸਭ ਦੱਸ ਦਵੋ। ਵੈਸੇ ਵੀ ਭਾਬੀ ਸਾਨੂੰ ਜਿਉਂਦੇ ਜੀ ਮਾਰ ਹੀ ਰਹੀ ਹੈ। ਗੀਤਾ ਜੀ ਆਪਣੇ ਪੁੱਤ ਨੂੰ ਗਲੇ ਲਗਾ ਕੇ ਰੋਂਦੀ ਰਹਿੰਦੀ ਹਨ ਅਤੇ ਕਹਿੰਦੀ ਹਨ ਕਿ ਮੇਰੇ ਬੱਚੇ ਤੂੰ ਕਿਉਂ ਆਪਣੀ ਜਾਨ ਦੇਵੇਂਗਾ। ਭਗਵਾਨ ਤੈਨੂੰ ਮੇਰੀ ਉਮਰ ਵੀ ਲਗਾ ਦੇ। ਜਦੀ ਬਲਬੀਰ ਸਿੰਘ ਜੀ ਦੇ ਆਉਣੇ ਦੀ ਆਵਾਜ਼ ਆਉਂਦੀ ਹੈ ਤਾਂ ਪਰਮਿੰਦਰ ਭੱਜੀ ਹੋਈ ਆਪਣੇ ਸੱਸ ਦੇ ਕਮਰੇ ਵਿੱਚ ਆਉਂਦੀ ਹੈ ਅਤੇ ਗਲੇ ਪਰ ਹੱਥ ਰੱਖ ਕੇ ਉਹਨਾਂ ਨੂੰ ਜਾਨ ਤੋਂ ਮਾਰਨੇ ਦੀ ਧਮਕੀ ਦਿੰਦੀ ਹੈ ਅਤੇ ਸਹੁਰੇ ਦੇ ਆਉਣੇ ਤੋਂ ਪਹਿਲਾਂ ਪਾਣੀ ਲੈ ਕੇ ਖੜੀ ਹੋ ਜਾਂਦੀ ਹੈ ਅਤੇ ਖਾਣਾ ਲਗਾ ਦਿੰਦੀ ਹੈ। ਗੀਤਾ ਜੀ ਵੀ ਆਪਣੇ ਹੰਝੂ ਸਾਫ਼ ਕਰ ਬਾਹਰ ਆ ਬੈਠਦੀ ਹਨ। ਰੋਜ਼ ਦੀ ਤਰ੍ਹਾਂ ਮਨਜੀਤ ਅਤੇ ਪਰਮਿੰਦਰ ਆਪਣੇ ਕਮਰੇ ਵਿੱਚ ਜਾਂਦੇ ਹਨ ਅਤੇ ਬਲਬੀਰ ਸਿੰਘ ਜੀ ਸੰਜੀਵ ਦੇ ਕਮਰੇ ਵਿੱਚ ਆ ਜਾਂਦੇ ਹਨ। ਬਲਬੀਰ ਸਿੰਘ ਜੀ ਰੋਜ਼ਾਨਾ ਆਪਣੇ ਕਮਰੇ ਵਿੱਚ ਜਾਣੇ ਤੋਂ ਪਹਿਲਾਂ ਸੰਜੀਵ ਦੇ ਕਮਰੇ ਵਿੱਚ ਜ਼ਰੂਰ ਆਉਂਦੇ ਸੀ ਅਤੇ ਇੱਕ ਅੱਧਾ ਘੰਟਾ ਉੱਥੇ ਬੈਠ ਕੇ ਜਦੀ ਆਪਣੇ ਕਮਰੇ ਵਿੱਚ ਜਾਂਦੇ ਸੀ। ਕਮਰੇ ਵਿੱਚ ਆਉਣੇ ਪਰ ਬਲਬੀਰ ਜੀ ਦੀ ਨਜ਼ਰ ਗੀਤਾ ਜੀ ਦੇ ਜਲੇ ਹੋਏ ਹੱਥ ਪਰ ਪੈਂਦੀ ਹੈ ਅਤੇ ਫਿਰ ਸੰਜੀਵ ਦੇ ਸਿਰ ਪਰ ਪੈਂਦੀ ਹੈ। ਉਹ ਹੈਰਾਨ ਹੋ ਜਾਂਦੇ ਹਨ ਅਤੇ ਉਸ ਦਾ ਕਾਰਨ ਪੁੱਛਦੇ ਹਨ ਤਾਂ ਗੀਤਾ ਜੀ ਕਹਿ ਦਿੰਦੀ ਹਨ ਕਿ ਕੰਮ ਕਰਦੇ ਕਰਦੇ ਜਲ ਗਿਆ ਅਤੇ ਸੰਜੀਵ ਮੇਰੀ ਆਵਾਜ਼ ਸੁਣ ਕੇ ਗਿਰ ਗਿਆ ਸੀ। ਬਲਬੀਰ ਜੀ ਸੋਚ ਵਿਚਾਰ ਵਿੱਚ ਪੈ ਜਾਂਦੇ ਹਨ ਤਾਂ ਗੀਤਾ ਜੀ ਫਿਰ ਤੋਂ ਸਿਰ ਵਿੱਚ ਤੇਲ ਲਗਾ ਕੇ ਸੁਲਾ ਦਿੰਦੀ ਹੈ ਅਤੇ ਆਪਣੀ ਡਾਇਰੀ ਕੱਢ ਕੇ ਉਸ ਵਿੱਚ ਕੁਝ ਲਿਖਣ ਬੈਠ ਜਾਂਦੀ ਹਨ। ਡਾਇਰੀ ਵਿੱਚ ਲਿਖ ਕੇ ਫਿਰ ਉਸ ਨੂੰ ਰੱਖ ਦਿੰਦੀ ਹਨ ਅਤੇ ਸੋ ਜਾਂਦੀ ਹਨ। ਪਰ ਅੱਜ ਬਲਬੀਰ ਸਿੰਘ ਜੀ ਸੋਏ ਨਹੀਂ ਸੀ। ਉਹਨਾਂ ਨੂੰ ਸ਼ੱਕ ਹੋ ਗਿਆ ਸੀ ਤਾਂ ਆਪਣਾ ਸ਼ੱਕ ਦੂਰ ਕਰਨੇ ਦੇ ਕਾਰਨ ਉਹ ਅੱਜ ਜਾਗਦੇ ਰਹੇ ਅਤੇ ਪਤਨੀ ਦੇ ਸੌਣੇ ਦਾ ਇੰਤਜ਼ਾਰ ਕਰਦੇ ਰਹੇ। ਪਤਨੀ ਦੇ ਸੌਂਦੇ ਹੀ ਬਲਬੀਰ ਸਿੰਘ ਜੀ ਉੱਠ ਖੜੇ ਹੋਏ ਅਤੇ 1-2 ਮਿੰਟ ਸੋਚਦੇ ਰਹੇ। ਸੋਚਣੇ ਦੇ ਬਾਅਦ ਉਹ ਅਲਮਾਰੀ ਵਿੱਚ ਵੜੇ ਜਿਸ ਵਿੱਚ ਇੱਕ ਅਲਮਾਰੀ ਨੀਚੇ ਦੀ ਤਰਫ ਬਣੀ ਹੋਈ ਸੀ। ਉਸ ਵਿੱਚ ਇੱਕ ਅਲਮਾਰੀ ਉਸਦੇ ਅੰਦਰ ਦੀ ਤਰਫ ਵੀ ਸੀ। ਉਸ ਵਿੱਚ ਹੱਥ ਦਿੱਤਾ ਤਾਂ ਉੱਥੇ ਤੋਂ ਡਾਇਰੀ ਨਿਕਲੀ। ਉਹਨਾਂ ਨੇ ਉਸ ਡਾਇਰੀ ਨੂੰ ਬਾਹਰ ਕੱਢਿਆ ਅਤੇ ਖੋਲ੍ਹਿਆ। ਪਹਿਲੇ ਪੰਨੇ ਪਰ ਲਿਖਿਆ ਸੀ, ਮੇਰੀ ਜ਼ਿੰਦਗੀ ਦਾ ਸਫ਼ਰ। ਅੱਜ ਮੇਰੇ ਪਾਪਾ ਮੇਰੇ ਲਈ ਸਾਈਕਲ ਲੈ ਕੇ ਆਏ। ਅੱਜ ਮੈਂ ਬਹੁਤ ਖੁਸ਼ ਹਾਂ। ਇੰਨਾ ਪੜ੍ਹਦੇ ਹੀ ਬਲਬੀਰ ਸਿੰਘ ਜੀ ਦੇ ਚਿਹਰੇ ਪਰ ਮੁਸਕਾਨ ਆ ਗਈ। ਉਹਨਾਂ ਨੂੰ ਅੱਗੇ ਪੜ੍ਹਨੇ ਦੀ ਉਤੇਜਨਾ ਹੋਈ ਤਾਂ ਜਲਦੀ ਨਾਲ ਬੈੱਡ ਪਰ ਬੈਠ ਗਏ ਅਤੇ ਆਰਾਮ ਨਾਲ ਪੜ੍ਹਨ ਲੱਗੇ। ਉਸ ਡਾਇਰੀ ਵਿੱਚ ਗੀਤਾ ਜੀ ਨੇ ਆਪਣੇ ਜੀਵਨ ਦੇ ਚੰਗੇ ਬੁਰੇ ਸਭ ਪਲ ਲਿਖੇ ਹੋਏ ਸੀ।
ਗੀਤਾ ਜੀ ਨੂੰ ਬਚਪਨ ਤੋਂ ਡਾਇਰੀ ਲਿਖਣੇ ਦਾ ਬਹੁਤ ਸ਼ੌਂਕ ਸੀ। ਉਹਨਾਂ ਨੇ ਬਲਬੀਰ ਸਿੰਘ ਜੀ ਨੂੰ ਇਸ ਬਾਰੇ ਵਿੱਚ ਦੱਸਿਆ ਵੀ ਸੀ, ਪਰ ਉਹਨਾਂ ਨੂੰ ਇੰਨਾ ਪਤਾ ਨਹੀਂ ਸੀ ਕਿ ਗੀਤਾ ਵਿੱਚ ਡਾਇਰੀ ਲਿਖਣੇ ਦਾ ਇੰਨਾ ਉਤਸ਼ਾਹ ਸੀ। ਫਿਰ ਉਹ ਪੇਜ ਪਲਟਦੇ ਰਹੇ ਅਤੇ ਪੜ੍ਹਦੇ ਰਹੇ। ਬਚਪਨ ਦੀ ਯਾਦਾਂ ਪੜ੍ਹ ਕੇ ਮੁਸਕਰਾਉਂਦੇ ਰਹੇ। ਫਿਰ ਆਪਣਾ ਨਾਮ, ਆਪਣਾ ਜ਼ਿਕਰ ਪੜ੍ਹ ਕੇ ਹੋਰ ਜ਼ਿਆਦਾ ਖੁਸ਼ ਹੋਏ। ਖੁਸ਼ੀਆਂ ਹੀ ਖੁਸ਼ੀਆਂ ਸੀ। ਅੱਜ ਮਨਜੀਤ ਦੇ ਵਿਆਹ ਦਾ ਦਿਨ ਹੈ ਅਤੇ ਇਸ ਦੇ ਬਾਅਦ ਤੋਂ ਪੜ੍ਹਦੇ ਪੜ੍ਹਦੇ ਬਲਬੀਰ ਜੀ ਦੀ ਅੱਖਾਂ ਤੋਂ ਹੰਝੂ ਵਹਿਣ ਲੱਗੇ। ਉਸ ਵਿੱਚ ਗੀਤਾ ਜੀ ਨੇ ਪਰਮਿੰਦਰ ਦੇ ਹਰ ਇੱਕ ਅਤਿਆਚਾਰ ਦਾ ਉਲੇਖ ਦਰਦ ਭਰੇ ਸ਼ਬਦਾਂ ਦੇ ਨਾਲ ਕੀਤਾ ਹੋਇਆ ਸੀ, ਜਿਸ ਨੂੰ ਪੜ੍ਹ ਕੇ ਬਲਬੀਰ ਜੀ ਦੇ ਰੋਂਗਟੇ ਖੜ੍ਹੇ ਹੋ ਗਏ। ਉਹਨਾਂ ਦੀ ਅੱਖਾਂ ਤੋਂ ਹੰਝੂ ਲਗਾਤਾਰ ਵਹਿੰਦੇ ਜਾ ਰਹੇ ਸੀ। ਅੱਜ ਨੂੰਹ ਨੇ ਮੇਰਾ ਹੱਥ ਗਰਮ ਤਵੇ ਪਰ ਰੱਖ ਦਿੱਤਾ ਅਤੇ ਮੇਰੇ ਬੱਚੇ ਦੇ ਸਿਰ ਵਿੱਚ ਚਮਚ ਮਾਰਿਆ ਹੈ। ਹੇ ਭਗਵਾਨ, ਸਾਡੀ ਮਦਦ ਕਰ, ਸਾਡੀ ਮਦਦ ਕਰ। ਉਸ ਦੀ ਡਾਇਰੀ ਦੇ ਆਖਰੀ ਸ਼ਬਦ ਪੜ੍ਹ ਕੇ ਬਲਬੀਰ ਜੀ ਬੈੱਡ ਤੋਂ ਉੱਠੇ ਅਤੇ ਨੀਚੇ ਬੈਠ ਕੇ ਦੀਵਾਰ ਨਾਲ ਲੱਗ ਕੇ ਡਾਇਰੀ ਨੂੰ ਸੀਨੇ ਨਾਲ ਲਗਾ ਕੇ ਬਹੁਤ ਰੋਏ। ਉਹਨਾਂ ਦੇ ਦਿਲ ਪਰ ਨੂੰਹ ਦੇ ਅਤਿਆਚਾਰਾਂ ਦੇ ਖੰਜਰ ਦੇ ਬਹੁਤ ਤੇਜ਼ ਪ੍ਰਹਾਰ ਹੋ ਰਹੇ ਸੀ। ਉਹਨਾਂ ਦਾ ਦਿਲ ਸੰਭਲ ਨਹੀਂ ਰਿਹਾ ਸੀ। ਜਿਸ ਪਤਨੀ ਅਤੇ ਪੁੱਤ ਨਾਲ ਉਹ ਇੰਨਾ ਪਿਆਰ ਕਰਦੇ ਸੀ, ਉਹ ਇੰਨਾ ਅਤਿਆਚਾਰ ਸਹਿ ਰਹੇ ਸੀ। ਇਹ ਸੋਚ ਕੇ ਹੀ ਉਹਨਾਂ ਦੇ ਰੋਂਗਟੇ ਖੜ੍ਹੇ ਹੋ ਰਹੇ ਸੀ। ਉਹਨਾਂ ਦੇ ਦਿਲ ਦੇ 1000 ਟੁਕੜੇ ਹੋ ਚੁੱਕੇ ਸੀ। ਜਿਨ੍ਹਾਂ ਲੋਕਾਂ ਦੇ ਲਈ ਮੈਂ ਸਵੇਰ ਤੋਂ ਸ਼ਾਮ ਤੱਕ ਇੰਨੀ ਮਿਹਨਤ ਕਰਦਾ ਹਾਂ, ਉਹਨਾਂ ਦੇ ਲਈ ਦਿਨ ਰਾਤ ਕੰਮ ਕਰਦਾ ਹਾਂ, ਉਹੀ ਮੇਰੀ ਜਾਨ ਤੋਂ ਵੀ ਜ਼ਿਆਦਾ ਪਿਆਰੀ ਪਤਨੀ ਅਤੇ ਮੇਰੇ ਜਿਗਰ ਦੇ ਟੁਕੜੇ ਦੇ ਨਾਲ ਇੰਨਾ ਨੀਚ ਕੰਮ ਕਰ ਰਹੇ ਸੀ। ਉਹ ਘੰਟੇ ਤੱਕ ਰੋਂਦੇ ਰਹੇ। ਫਿਰ ਜਦ ਰੋਂਦੇ ਰੋਂਦੇ ਥੱਕ ਗਏ ਤਾਂ ਆਪਣੇ ਹੰਝੂ ਸਾਫ਼ ਕੀਤੇ, ਖੜ੍ਹੇ ਹੋਏ ਡਾਇਰੀ ਉਸੀ ਜਗ੍ਹਾ ਪਰ ਵਾਪਸ ਰੱਖੀ ਅਤੇ ਆਪਣੀ ਪਤਨੀ ਦੇ ਕੋਲ ਬੈਠੇ ਅਤੇ ਉਹਨਾਂ ਨੂੰ ਬਹੁਤ ਪਿਆਰ ਭਰੀ ਨਜ਼ਰ ਨਾਲ ਦੇਖਦੇ ਰਹੇ ਅਤੇ ਉਹਨਾਂ ਦੇ ਸਿਰ ਪਰ ਹੱਥ ਫੇਰਦੇ ਰਹੇ। ਫਿਰ ਸੰਜੀਵ ਦੇ ਕਮਰੇ ਵਿੱਚ ਗਏ ਅਤੇ ਉਸਦੇ ਸਿਰ ਪਰ ਹੱਥ ਫੇਰਦੇ ਰਹੇ ਅਤੇ ਬਹੁਤ ਪਿਆਰ ਕਰਦੇ ਰਹੇ। ਉਹਨਾਂ ਦੀ ਅੱਖਾਂ ਵਿੱਚ ਗੁੱਸੇ ਦੀ ਅੱਗ ਭੜਕ ਉੱਠੀ। ਉਹਨਾਂ ਦਾ ਮਨ ਹੋਇਆ ਕਿ ਹੁਣੇ ਜਾ ਕੇ ਨੂੰਹ ਦਾ ਗਲਾ ਘੁੱਟ ਦੇਣ, ਪਰ ਉਹਨਾਂ ਨੇ ਆਪਣੀ ਭਾਵਨਾਵਾਂ ਦੀ ਜਵਾਲਾ ਨੂੰ ਠੰਡਾ ਕੀਤਾ ਅਤੇ ਸੋਚਦੇ ਰਹੇ। ਪੂਰੀ ਰਾਤ ਵਿੱਚ 1 ਘੰਟਾ ਮੁਸ਼ਕਿਲ ਨਾਲ ਸੋਏ। ਸਵੇਰੇ ਉੱਠੇ ਤਾਂ ਬੋਲੇ, ਪੁੱਤ ਮਨਜੀਤ, ਅੱਜ ਫੈਕਟਰੀ ਦੀ ਛੁੱਟੀ ਹੈ ਅਤੇ ਮੇਰੀ ਵੀ ਤਬੀਅਤ ਠੀਕ ਨਹੀਂ ਹੈ। ਅੱਜ ਮੈਂ ਕਿਤੇ ਬਾਹਰ ਨਹੀਂ ਜਾਊਂਗਾ। ਤੂੰ ਐਸਾ ਕਰ, ਨੂੰਹ ਨੂੰ ਲੈ ਕੇ ਕਿਤੇ ਘੁੰਮ ਆ। ਮਨਜੀਤ ਅਤੇ ਪਰਮਿੰਦਰ ਨੂੰ ਤਾਂ ਮੌਕਾ ਚਾਹੀਦਾ ਸੀ। ਇਹ ਸੁਣਦੇ ਹੀ ਉਹਨਾਂ ਦੀ ਖੁਸ਼ੀ ਦਾ ਤਾਂ ਟਿਕਾਣਾ ਨਾ ਰਿਹਾ। ਦੋਵੇਂ ਜਲਦੀ ਤਿਆਰ ਹੋਏ ਅਤੇ ਨਿਕਲ ਪਏ। ਬਲਬੀਰ ਜੀ ਆਪਣੀ ਪਤਨੀ ਦੇ ਹੱਥ ਪਰ ਬਹੁਤ ਸਾਰੇ ਰੁਪਏ ਰੱਖ ਕੇ ਬੋਲੇ, ਇਹ ਲੈ, ਤੂੰ ਸ਼ੋਪਿੰਗ ਕਰ ਆ, ਜੋ ਲਿਆਉਣਾ ਹੈ ਦਿਲ ਖੋਲ੍ਹ ਕੇ ਲਿਆ ਅਤੇ ਆਪਣੀ ਸਹੇਲੀ ਸ਼ੀਲਾ ਦੇ ਵੀ ਹੋ ਆਉਣਾ। ਗੀਤਾ ਜੀ ਮਨਾ ਕਰਦੀ ਹਨ, ਪਰ ਉਹਨਾਂ ਨੂੰ ਜ਼ਬਰਦਸਤੀ ਭੇਜ ਦਿੰਦੇ ਹਨ। ਸਭ ਨੂੰ ਘਰ ਦੇ ਬਾਹਰ ਭੇਜ ਦਿੰਦੇ ਹਨ ਅਤੇ ਸੰਜੀਵ ਨੂੰ ਦੁੱਧ ਵਿੱਚ ਅੱਧੀ ਗੋਲੀ ਨੀਂਦ ਦੀ ਪਾ ਕੇ ਸੁਲਾ ਦਿੰਦੇ ਹਨ ਅਤੇ ਬਹੁਤ ਘੱਟ ਸਮੇਂ ਵਿੱਚ ਜਲਦੀ ਕਰਕੇ ਘਰ ਵਿੱਚ ਕਾਫੀ ਜਗ੍ਹਾ ਸੀਕ੍ਰੇਟ ਕੈਮਰੇ ਲਗਵਾ ਦਿੰਦੇ ਹਨ। ਸ਼ਾਮ ਤੱਕ ਸਭ ਵਾਪਿਸ ਆ ਜਾਂਦੇ ਹਨ ਅਤੇ ਸੰਜੀਵ ਵੀ ਉੱਠ ਜਾਂਦਾ ਹੈ। ਮਨਜੀਤ ਅਤੇ ਪਰਮਿੰਦਰ ਤਾਂ ਖਾਣਾ ਬਾਹਰ ਹੀ ਖਾ ਕੇ ਆਏ ਸੀ। ਸਸੁਰ ਜੀ ਘਰ ਪਰ ਸੀ ਤਾਂ ਪਰਮਿੰਦਰ ਬਹੁਤ ਚੰਗੇ ਨਾਲ ਪੇਸ਼ ਆਉਂਦੀ ਹੈ। ਬਲਬੀਰ ਜੀ ਆਪਣੇ ਸੰਜੀਵ ਅਤੇ ਗੀਤਾ ਜੀ ਦੇ ਲਈ ਖਾਣਾ ਬਾਹਰ ਤੋਂ ਆਰਡਰ ਕਰ ਦਿੰਦੇ ਹਨ। ਉਹ ਤਿੰਨੋਂ ਵੀ ਖਾਣਾ ਖਾ ਲੈਂਦੇ ਹਨ ਅਤੇ ਰੋਜ਼ ਦੀ ਤਰ੍ਹਾਂ ਸਭ ਆਪਣੇ ਆਪਣੇ ਕਮਰੇ ਵਿੱਚ ਜਾ ਕੇ ਸੋ ਜਾਂਦੇ ਹਨ। ਅਗਲੇ ਦਿਨ ਬਲਬੀਰ ਜੀ ਦੇ ਜਾਂਦੇ ਹੀ ਪਰਮਿੰਦਰ ਆਪਣੇ ਅਸਲੀ ਰੂਪ ਵਿੱਚ ਆ ਜਾਂਦੀ ਹੈ। ਸੱਸ ਅਤੇ ਦੇਵਰ ਪਰ ਪ੍ਰਤੀ ਦਿਨ ਦੀ ਤਰ੍ਹਾਂ ਅਤਿਆਚਾਰ ਕਰਨਾ ਸ਼ੁਰੂ ਕਰ ਦਿੰਦੀ ਹੈ। ਸਭ ਦਾ ਸਭ ਕੈਮਰੇ ਵਿੱਚ ਰਿਕਾਰਡ ਹੁੰਦਾ ਰਹਿੰਦਾ ਹੈ। ਸੰਜੀਵ, ਗੀਤਾ ਜੀ ਅਤੇ ਪਰਮਿੰਦਰ ਤਿੰਨਾਂ ਨੂੰ ਇਸ ਬਾਰੇ ਵਿੱਚ ਕੋਈ ਖਬਰ ਨਹੀਂ ਸੀ। ਪਰਮਿੰਦਰ ਇਸ ਗੱਲ ਤੋਂ ਬੇਖਬਰ ਉਹਨਾਂ ਪਰ ਅਤਿਆਚਾਰ ਕਰਦੀ ਰਹੀ। ਸਭ ਕੁਝ ਕੈਮਰੇ ਵਿੱਚ ਰਿਕਾਰਡ ਹੋ ਜਾਂਦਾ ਹੈ। ਹੁਣੇ ਤੱਕ ਤਾਂ ਬਲਬੀਰ ਸਿੰਘ ਜੀ ਨੇ ਆਪਣੀ ਪਤਨੀ ਦੀ ਡਾਇਰੀ ਪੜ੍ਹੀ ਸੀ ਤਾਂ ਉਹਨਾਂ ਦੇ ਅੰਦਰ ਇੰਨਾ ਗੁੱਸਾ ਉੱਭਰ ਰਿਹਾ ਸੀ
ਜਦ ਬਲਬੀਰ ਸਿੰਘ ਜੀ ਇਹ ਸਭ ਕੁਝ ਆਪਣੀ ਅੱਖਾਂ ਨਾਲ ਦੇਖਦੇ ਹਨ ਤਾਂ ਉਹਨਾਂ ਦੇ ਦਿਲ ਵਿੱਚ ਗੁੱਸੇ ਦੀ ਜਵਾਲਾ ਹੋਰ ਵੀ ਦਹਿਕ ਉੱਠਦੀ ਹੈ। ਮਨਜੀਤ ਦੇ ਵਿਵਹਾਰ ਤੋਂ ਵੀ ਬਲਬੀਰ ਜੀ ਪਰੇਸ਼ਾਨ ਆ ਚੁੱਕੇ ਸੀ। ਹੁਣ ਨੂੰਹ ਦਾ ਆਪਣੀ ਪਤਨੀ ਅਤੇ ਪੁੱਤ ਪਰ ਅਤਿਆਚਾਰ ਕੈਮਰੇ ਵਿੱਚ ਵੀ ਰਿਕਾਰਡ ਹੋ ਗਿਆ ਸੀ ਤਾਂ ਬਲਬੀਰ ਜੀ ਉਸ ਨੂੰ ਲੈ ਕੇ ਪੁਲਿਸ ਸਟੇਸ਼ਨ ਪਹੁੰਚ ਜਾਂਦੇ ਹਨ ਅਤੇ ਪੁਲਿਸ ਨੂੰ ਇਸ ਪਰ ਕੜੀ ਕਾਰਵਾਈ ਕਰਨੇ ਨੂੰ ਬੋਲਦੇ ਹਨ ਤਾਂ ਕਿ ਅੱਗੇ ਤੋਂ ਕੋਈ ਵੀ ਨੂੰਹ ਆਪਣੀ ਸੱਸ ਅਤੇ ਦੇਵਰ ਪਰ ਅਤਿਆਚਾਰ ਨਾ ਕਰ ਸਕੇ ਅਤੇ ਘਰ ਆ ਜਾਂਦੇ ਹਨ। ਕੁਝ ਸਮੇਂ ਬਾਅਦ ਲੇਡੀਜ਼ ਪੁਲਿਸ ਆ ਕੇ ਪਰਮਿੰਦਰ ਦੇ ਹੱਥ ਵਿੱਚ ਹੱਥਕੜੀ ਪਾ ਦਿੰਦੀ ਹਨ। ਪਰਮਿੰਦਰ ਚੌਂਕ ਜਾਂਦੀ ਹੈ ਅਤੇ ਘਬਰਾ ਜਾਂਦੀ ਹੈ। ਕਹਿੰਦੀ ਹੈ, ਮੈਂ ਕਿਆ ਕੀਤਾ ਹੈ? ਕਿਆ ਹੈ ਇਹ ਸਭ? ਕਿਸ ਜੁਰਮ ਵਿੱਚ ਮੇਰੇ ਹੱਥਾਂ ਵਿੱਚ ਹੱਥਕੜੀ ਪਾਈ ਗਈ ਹੈ? ਤਾਂ ਬਲਬੀਰ ਜੀ LCD ਵਿੱਚ ਉਹ ਰਿਕਾਰਡਿੰਗ ਚਲਾ ਦਿੰਦੇ ਹਨ ਜਿਸ ਵਿੱਚ ਪਰਮਿੰਦਰ ਦੇ ਆਪਣੀ ਸੱਸ ਅਤੇ ਦੇਵਰ ਪਰ ਅਤਿਆਚਾਰ ਸੀ। ਉਸ ਨੂੰ ਦੇਖ ਕੇ ਪਰਮਿੰਦਰ ਦੀ ਖੁਦ ਰੂਹ ਕੰਬ ਜਾਂਦੀ ਹੈ। ਗੀਤਾ ਜੀ ਅਤੇ ਸੰਜੀਵ ਦੇ ਵੀ ਹੋਸ਼ ਉੱਡ ਜਾਂਦੇ ਹਨ। ਮਨਜੀਤ ਨੂੰ ਆਪਣੀ ਪਤਨੀ ਦੇ ਲਈ ਤਰਸ ਆਉਂਦਾ ਹੈ ਤਾਂ ਆਪਣੇ ਪਿਤਾ ਜੀ ਨੂੰ ਕਹਿੰਦਾ ਹੈ, ਪਿਤਾ ਜੀ ਇਹ ਸਭ ਕਿਆ ਡਰਾਮਾ ਹੈ? ਤੁਸੀਂ ਘਰ ਦੀ ਨੂੰਹ ਨੂੰ ਇਸ ਤਰ੍ਹਾਂ ਨਾਲ ਬਦਨਾਮ ਕਰ ਰਹੇ ਹੋ। ਬਲਬੀਰ ਜੀ ਮਨਜੀਤ ਦੇ ਕੰਨ ਦੇ ਨੀਚੇ ਖਿੱਚ ਕੇ ਦੋ ਮਾਰਦੇ ਹਨ ਤਾਂ ਮਨਜੀਤ ਨੀਚੇ ਜਾ ਗਿਰਦਾ ਹੈ। ਜਦੀ ਉੱਥੇ ਬਲਬੀਰ ਜੀ ਦਾ ਵਕੀਲ ਵੀ ਆ ਜਾਂਦਾ ਹੈ ਜਿਸ ਨੂੰ ਉਹਨਾਂ ਨੇ ਪੁਲਿਸ ਸਟੇਸ਼ਨ ਤੋਂ ਹੀ ਫੋਨ ਕਰ ਦਿੱਤਾ ਸੀ। ਬਲਬੀਰ ਜੀ ਕਹਿੰਦੇ ਹਨ, ਮੈਂ ਆਪਣੀ ਪਤਨੀ ਅਤੇ ਬੱਚੇ ਦਾ ਬਦਲਾ ਖੁਦ ਲੈ ਸਕਦਾ ਸੀ ਪਰ ਮੈਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣੇ ਦੀ ਬੇਵਕੂਫੀ ਇਸ ਲਈ ਨਹੀਂ ਕੀਤੀ ਕਿ ਮੇਰੇ ਬਾਅਦ ਮੇਰੀ ਪਤਨੀ ਅਤੇ ਬੱਚੇ ਦਾ ਕਿਆ ਹੋਵੇਗਾ। ਸਿਰਫ ਇਸ ਲਈ ਮੈਂ ਤੇਰੀ ਇਸ ਘਟੀਆ ਪਤਨੀ ਨੂੰ ਪੁਲਿਸ ਦੇ ਹਵਾਲੇ ਹੀ ਕਰਨਾ ਬਿਹਤਰ ਸਮਝਿਆ। ਨਹੀਂ ਤਾਂ ਜੋ ਇਸ ਨੇ ਮੇਰੀ ਜਾਨ ਤੋਂ ਜ਼ਿਆਦਾ ਪਿਆਰੀ ਪਤਨੀ ਅਤੇ ਪੁੱਤ ਦੇ ਨਾਲ ਕੀਤਾ ਮੈਂ ਇਸ ਦਾ ਗਲਾ ਵੀ ਦਬਾ ਸਕਦਾ ਸੀ ਪਰ ਮੈਂ ਠੰਡੇ ਦਿਮਾਗ ਨਾਲ ਕੰਮ ਲਿੱਤਾ ਅਤੇ ਘਰ ਵਿੱਚ ਕੈਮਰੇ ਲਗਵਾ ਦਿੱਤੇ। ਤੇਰੀ ਪਤਨੀ ਗੀਤਾ ਅਤੇ ਸੰਜੀਵ ਨੂੰ ਜਾਨ ਤੋਂ ਮਾਰਨੇ ਦੀ ਵੀ ਧਮਕੀ ਦਿੰਦੀ ਸੀ। ਹੁਣ ਇੰਨੀ ਸੰਗੀਨ ਧਾਰਾਵਾਂ ਤੋਂ ਬਚਣੇ ਦੇ ਲਈ ਤੈਨੂੰ ਪੈਸਾ, ਸਮੇਂ ਅਤੇ ਜੀਵਨ ਸਭ ਚਾਹੀਦਾ। ਹੁਣ ਸੜਨਾ ਪੂਰੀ ਜ਼ਿੰਦਗੀ ਜੇਲ੍ਹ ਵਿੱਚ। ਇਹ ਸਭ ਸੁਣ ਕੇ ਪਰਮਿੰਦਰ ਅਤੇ ਮਨਜੀਤ ਰੋਣ ਲੱਗਦੇ ਹਨ। ਮਨਜੀਤ ਕਹਿੰਦਾ ਹੈ, ਪਿਤਾ ਜੀ ਅਤਿਆਚਾਰ ਪਰਮਿੰਦਰ ਨੇ ਕੀਤਾ ਹੈ, ਮੈਂ ਨਹੀਂ। ਤੁਸੀਂ ਇਸ ਨੂੰ ਜੇਲ੍ਹ ਭੇਜੋ, ਮੈਨੂੰ ਆਪਣੇ ਨਾਲ ਹੀ ਰੱਖੋ। ਮੈਂ ਤਾਂ ਕੁਝ ਨਹੀਂ ਕੀਤਾ ਹੈ। ਪਰਮਿੰਦਰ ਆਪਣੇ ਕੀਤੇ ਪਰ ਬਹੁਤ ਸ਼ਰਮਿੰਦਾ ਸੀ। ਉਹ ਮਾਫ਼ੀ ਮੰਗਦੀ ਰਹੀ ਪਰ ਉਸ ਨੂੰ ਮਾਫ਼ੀ ਨਾ ਮਿਲੀ ਅਤੇ ਪੁਲਿਸ ਨੇ ਉਸ ਨੂੰ ਅਰੈਸਟ ਕਰ ਲਿਆ ਅਤੇ ਉਸ ਨੂੰ ਲੈ ਕੇ ਚਲੇ ਗਏ। ਬਲਬੀਰ ਜੀ ਨੇ ਆਪਣੇ ਵਕੀਲ ਤੋਂ ਆਪਣੀ ਵਸੀਅਤ ਤਿਆਰ ਕਰਵਾਈ। ਉਸ ਵਿੱਚ ਲਿਖਿਆ ਕਿ ਜਦ ਤੱਕ ਮੈਂ ਅਤੇ ਮੇਰੀ ਪਤਨੀ ਜਿਉਂਦੇ ਹਾਂ ਤਾਂ ਸੰਜੀਵ ਸਾਡੀ ਜ਼ਿੰਮੇਵਾਰੀ ਹੈ। ਜੇਕਰ ਸਾਨੂੰ ਕੁਝ ਹੋ ਜਾਂਦਾ ਹੈ ਤਾਂ ਸਾਡੀ ਫੈਕਟਰੀ, ਘਰ ਅਤੇ ਜ਼ਮੀਨ ਦਾ ਇਕਲੌਤਾ ਵਾਰਿਸ ਸੰਜੀਵ ਹੋਵੇਗਾ। ਬਲਬੀਰ ਜੀ ਮਨਜੀਤ ਨੂੰ ਮਾਫ਼ ਕਰ ਦਿੰਦੇ ਹਨ ਕਿਉਂਕਿ ਮਨਜੀਤ ਨੂੰ ਆਪਣੀ ਪਤਨੀ ਦੀ ਹਰਕਤਾਂ ਦੇ ਬਾਰੇ ਵਿੱਚ ਸੱਚਮੁੱਚ ਹੀ ਕੋਈ ਜਾਣਕਾਰੀ ਨਹੀਂ ਸੀ। ਪਰੰਤੂ ਮਨਜੀਤ ਦੇ ਨਾਮ ਆਪਣੀ ਪੁਰਾਣੀ ਕਬਾੜੀ ਬਾਜ਼ਾਰ ਦੀ ਪੁਰਾਣੀ ਵਾਲੀ ਦੁਕਾਨ ਕਰ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਤੇਰੇ ਬੱਸ ਦਾ ਫੈਕਟਰੀ ਸੰਭਾਲਣਾ ਨਹੀਂ ਹੈ, ਤੂੰ ਬਸ ਇਹ ਦੁਕਾਨ ਚਲਾ। ਜੇਕਰ ਤੇਰੇ ਵਿੱਚ ਮਿਹਨਤ ਅਤੇ ਲਗਨ ਹੋਵੇਗੀ ਤਾਂ ਤੂੰ ਖੁਦ ਮੇਰੀ ਤਰ੍ਹਾਂ ਉਸ ਦੁਕਾਨ ਤੋਂ ਇੱਕ ਫੈਕਟਰੀ ਖੜੀ ਕਰ ਲਵੇਂਗਾ, ਨਹੀਂ ਤਾਂ ਤੂੰ ਮੇਰੀ ਫੈਕਟਰੀ ਵੀ ਬਰਬਾਦ ਕਰ ਦੇਵੇਂਗਾ। ਬਲਬੀਰ ਜੀ ਮਨਜੀਤ ਨੂੰ ਹੁਣ ਆਪਣੇ ਘਰ ਵਿੱਚ ਨਹੀਂ ਰੱਖਦੇ। ਉਹ ਸੋਚਦੇ ਹਨ ਕਿ ਮਨਜੀਤ ਜੇਕਰ ਦੂਜਾ ਵਿਆਹ ਕਰਾ ਲਵੇਗਾ ਜਾਂ ਉਸਦੀ ਪਤਨੀ ਜੇਲ੍ਹ ਤੋਂ ਛੁੱਟ ਕੇ ਆ ਕੇ ਫਿਰ ਤੋਂ ਉਸਦੇ ਨਾਲ ਰਹਿਣ ਲੱਗੀ ਤਾਂ ਫਿਰ ਤੋਂ ਇਹੀ ਵਿਵਹਾਰ ਕਰੇਗੀ ਤਾਂ ਕਿਆ ਹੋਵੇਗਾ। ਇਸ ਲਈ ਉਹ ਮਨਜੀਤ ਨੂੰ ਅਲੱਗ ਤੋਂ ਇੱਕ ਛੋਟਾ ਜਿਹਾ ਘਰ ਲੈ ਕੇ ਦੇ ਦਿੰਦੇ ਹਨ। ਜੋ ਮਨਜੀਤ ਨੂੰ ਉਹਨਾਂ ਨੇ ਦਿੱਤਾ ਉਸ ਨੂੰ ਛੱਡ ਕੇ ਉਹ ਆਪਣਾ ਸਭ ਕੁਝ ਸੰਜੀਵ ਦੇ ਨਾਮ ਕਰ ਦਿੰਦੇ ਹਨ। ਹੁਣ ਬਲਬੀਰ ਜੀ ਦੇ ਦਿਲ ਨੂੰ ਸਕੂਨ ਮਿਲਿਆ ਸੀ। ਬਲਬੀਰ ਜੀ ਹੁਣ ਆਪਣੇ ਪੁੱਤ ਸੰਜੀਵ ਨੂੰ ਰੋਜ਼ਾਨਾ
ਆਪਣੇ ਨਾਲ ਫੈਕਟਰੀ ਲੈ ਜਾਣਾ ਸ਼ੁਰੂ ਕਰਦੇ ਹਨ ਅਤੇ ਉਸ ਨੂੰ ਕੰਮ ਸਮਝਾਉਣਾ ਸ਼ੁਰੂ ਕਰ ਦਿੰਦੇ ਹਨ। ਸੰਜੀਵ ਇੱਕ ਬਹੁਤ ਹੀ ਸਮਝਦਾਰ ਅਤੇ ਬੁੱਧੀਮਾਨ ਮੁੰਡਾ ਸੀ। ਉਹ ਆਪਣੇ ਪਿਤਾ ਦਾ ਪਰਛਾਵਾਂ ਸੀ। ਭਗਵਾਨ ਨੇ ਉਸ ਨੂੰ ਪੈਰਾਂ ਤੋਂ ਹੀ ਤਾਂ ਮੁਹਤਾਜ ਕੀਤਾ ਸੀ, ਪਰੰਤੂ ਬੁੱਧੀ ਉਸ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਸੀ। ਉਹ ਜਲਦੀ ਹੀ ਸਭ ਕੁਝ ਸਿੱਖ ਜਾਂਦਾ ਹੈ ਅਤੇ ਆਪਣੀ ਵੀਲ ਚੇਅਰ ਪਰ ਬੈਠੇ-ਬੈਠੇ ਹੀ ਪੂਰੀ ਫੈਕਟਰੀ ਸੰਭਾਲ ਲੈਂਦਾ ਹੈ। ਬਲਬੀਰ ਜੀ ਹੁਣ ਬਹੁਤ ਖੁਸ਼ ਸੀ। ਉਹਨਾਂ ਨੂੰ ਆਪਣੇ ਫੈਸਲੇ ਪਰ ਗਰਵ ਸੀ। ਉਹਨਾਂ ਦੇ ਪੁੱਤ ਸੰਜੀਵ ਨੇ ਉਹਨਾਂ ਨੂੰ ਮਾਯੂਸ ਨਹੀਂ ਕੀਤਾ ਸੀ, ਪਰੰਤੂ ਹੁਣੇ ਵੀ ਸੰਜੀਵ ਦੇ ਲਈ ਉਹਨਾਂ ਦਾ ਮਨ ਬੇਚੈਨ ਰਹਿੰਦਾ ਸੀ, ਕਿਉਂਕਿ ਉਹ ਸੋਚਦੇ ਸੀ ਕਿ ਜੇਕਰ ਅਸੀਂ ਦੋਵੇਂ ਮਾਤਾ-ਪਿਤਾ ਨੂੰ ਕੁਝ ਹੋ ਗਿਆ ਤਾਂ ਸਾਡੇ ਪੁੱਤ ਸੰਜੀਵ ਦਾ ਕਿਆ ਹੋਵੇਗਾ। ਇੱਕ ਦਿਨ ਛੁੱਟੀ ਦਾ ਦਿਨ ਸੀ ਤਾਂ ਗੀਤਾ ਦੇਵੀ ਜੀ ਦੀ ਸਹੇਲੀ ਸ਼ੀਲਾ ਦੇਵੀ ਜੀ ਆਪਣੀ ਬੇਟੀ ਮੀਨਾ ਦੇ ਨਾਲ ਬਲਬੀਰ ਜੀ ਦੇ ਘਰ ਆਉਂਦੀ ਹੈ। ਸ਼ੀਲਾ ਦੇਵੀ ਜੀ ਗੀਤਾ ਜੀ ਦੀ ਬਚਪਨ ਦੀ ਸਹੇਲੀ ਸੀ ਅਤੇ ਗੀਤਾ ਜੀ ਦੀ ਤਰ੍ਹਾਂ ਸਿੱਧੀ-ਸਾਦੀ ਅਤੇ ਘਰੇਲੂ ਮਹਿਲਾ ਸੀ। ਦੋਵੇਂ ਸਹੇਲੀਆਂ ਇੱਕ ਜੈਸੀ ਸੀ। ਮੀਨਾ ਆਪਣੀ ਮਾਂ ਦਾ ਪਰਛਾਵਾਂ ਸੀ। ਦੂਜੇ ਪਾਸੇ ਗੀਤਾ ਦੇਵੀ ਜੀ ਅਤੇ ਸ਼ੀਲਾ ਦੇਵੀ ਜੀ ਗੱਲਾਂ ਕਰਦੀ ਰਹਿੰਦੀ ਹਨ ਅਤੇ ਦੂਜੇ ਪਾਸੇ ਮੀਨਾ ਅਤੇ ਸੰਜੀਵ ਵੀ ਆਪਸ ਵਿੱਚ ਗੱਲਬਾਤ ਕਰਦੇ ਰਹਿੰਦੇ ਹਨ ਅਤੇ ਹੱਸਦੇ ਰਹਿੰਦੇ ਹਨ। ਬਲਬੀਰ ਜੀ ਦੀ ਨਜ਼ਰ ਉਹਨਾਂ ਦੋਨਾਂ ਪਰ ਪੈਂਦੀ ਹੈ ਤਾਂ ਬਲਬੀਰ ਜੀ ਨੂੰ ਮੀਨਾ ਬਹੁਤ ਚੰਗੀ ਲੱਗਦੀ ਹੈ ਅਤੇ ਦੋਨਾਂ ਦੀ ਜੋੜੀ ਉਹਨਾਂ ਨੂੰ ਬਹੁਤ ਚੰਗੀ ਲੱਗਦੀ ਹੈ, ਪਰੰਤੂ ਉਹਨਾਂ ਦੇ ਮਨ ਵਿੱਚ ਕੁਝ ਸ਼ੰਕਾ ਸੀ, ਕਿਉਂਕਿ ਮੀਨਾ ਬਹੁਤ ਸੁੰਦਰ ਅਤੇ ਸੰਸਕਾਰੀ ਕੁੜੀ ਸੀ ਅਤੇ ਉਹਨਾਂ ਦਾ ਪੁੱਤ ਪੈਰਾਂ ਤੋਂ ਅਪਾਹਜ ਸੀ। ਉਹ ਜ਼ਬਰਦਸਤੀ ਕਿਸੇ ਕੁੜੀ ਨੂੰ ਆਪਣੇ ਮੁੰਡੇ ਦੇ ਨਾਲ ਨਹੀਂ ਬੰਨ੍ਹ ਸਕਦੇ ਸੀ। ਉਹ ਨਹੀਂ ਚਾਹੁੰਦੇ ਸੀ ਕਿ ਕੋਈ ਕੁੜੀ ਉਹਨਾਂ ਦੇ ਪੁੱਤ ਪਰ ਤਰਸ ਖਾ ਕੇ ਉਸ ਦੀ ਜੀਵਨ ਸਾਥੀ ਬਣੇ। ਉਹ ਚਾਹੁੰਦੇ ਸੀ ਕਿ ਜੋ ਵੀ ਕੁੜੀ ਮੇਰੇ ਪੁੱਤ ਦੀ ਜੀਵਨ ਸਾਥੀ ਬਣੇ ਉਹ ਉਸ ਨਾਲ ਪਿਆਰ ਕਰਦੀ ਹੋ, ਨਾ ਕਿ ਤਰਸ ਖਾਂਦੀ ਹੋ। ਜਦ ਹੀ ਉਹਨਾਂ ਦੇ ਮਨ ਵਿੱਚ ਇੱਕ ਵਿਚਾਰ ਆਉਂਦਾ ਹੈ ਅਤੇ ਉਹ ਗੀਤਾ ਜੀ ਅਤੇ ਸ਼ੀਲਾ ਦੇਵੀ ਜੀ ਦੇ ਕੋਲ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਮੈਂ ਸੰਜੀਵ ਦੇ ਲਈ ਕੁੜੀ ਪਸੰਦ ਕਰ ਲਈ। ਇਹ ਸੁਣਦੇ ਹੀ ਸ਼ੀਲਾ ਦੇਵੀ ਜੀ ਅਤੇ ਗੀਤਾ ਜੀ ਚੌਂਕ ਜਾਂਦੀ ਹਨ ਅਤੇ ਨਾਲ ਹੀ ਸੰਜੀਵ ਨਾਲ ਗੱਲ ਕਰਦੀ ਹੋਈ ਮੀਨਾ ਵੀ ਚੌਂਕ ਜਾਂਦੀ ਹੈ ਅਤੇ ਸੰਜੀਵ ਹੈਰਾਨ ਰਹਿ ਜਾਂਦਾ ਹੈ। ਬਲਬੀਰ ਜੀ ਮੀਨਾ ਦੇ ਚਿਹਰੇ ਨੂੰ ਗੌਰ ਨਾਲ ਦੇਖਦੇ ਰਹਿੰਦੇ ਹਨ। ਬਲਬੀਰ ਜੀ ਦੇ ਇਹ ਗੱਲ ਕਹਿਣੇ ਤੋਂ ਪਹਿਲਾਂ ਤੱਕ ਤਾਂ ਮੀਨਾ ਸੰਜੀਵ ਨਾਲ ਬਹੁਤ ਹੱਸ-ਹੱਸ ਕੇ ਗੱਲਾਂ ਕਰ ਰਹੀ ਸੀ, ਕਿਉਂਕਿ ਦੋਵੇਂ ਹੀ ਬਚਪਨ ਤੋਂ ਹੀ ਇੱਕ ਦੂਸਰੇ ਨੂੰ ਜਾਣਦੇ ਸੀ। ਪਰ ਜਿਵੇਂ ਹੀ ਉਹ ਇਹ ਗੱਲ ਸੁਣਦੀ ਹੈ ਤਾਂ ਉਹ ਬਿਲਕੁਲ ਖਾਮੋਸ਼ ਹੋ ਜਾਂਦੀ ਹੈ। ਸ਼ੀਲਾ ਦੇਵੀ ਜੀ ਬਲਬੀਰ ਜੀ ਤੋਂ ਪੁੱਛਦੀ ਹੈ, ਕੌਣ ਹੈ ਉਹ ਖੁਸ਼ਨਸੀਬ ਕੁੜੀ? ਗੀਤਾ ਦੇਵੀ ਜੀ ਕਹਿੰਦੀ ਹਨ, ਇਹਨਾਂ ਨੇ ਤਾਂ ਮੈਨੂੰ ਵੀ ਹੁਣ ਤੱਕ ਕੁਝ ਨਹੀਂ ਦੱਸਿਆ ਹੈ। ਬਲਬੀਰ ਜੀ ਮੀਨਾ ਜੀ ਦੀ ਤਰਫ ਦੇਖ ਕੇ ਕਹਿੰਦੇ ਹਨ, ਹੁਣੇ ਸਿਰਫ ਮੈਂ ਕੁੜੀ ਪਸੰਦ ਕੀਤੀ ਹੈ, ਹੁਣੇ ਮੈਂ ਉਸ ਤੋਂ ਪੁੱਛਿਆ ਨਹੀਂ ਹੈ। ਜੇਕਰ ਉਸ ਨੂੰ ਮੇਰਾ ਸੰਜੀਵ ਪਸੰਦ ਹੋਵੇਗਾ ਤਾਂ ਹੀ ਇਹ ਵਿਆਹ ਹੋਵੇਗਾ। ਮੈਂ ਨਹੀਂ ਚਾਹੁੰਦਾ ਕਿ ਕੋਈ ਮੇਰੇ ਪੁੱਤ ਪਰ ਤਰਸ ਖਾ ਕੇ ਵਿਆਹ ਕਰੇ। ਮੇਰਾ ਪੁੱਤ ਲੱਖਾਂ ਵਿੱਚ ਇੱਕ ਹੈ। ਸਾਰੇ ਬਲਬੀਰ ਜੀ ਦੀ ਗੱਲ ਨੂੰ ਧਿਆਨ ਨਾਲ ਸੁਣਦੇ ਰਹਿੰਦੇ ਹਨ। ਮੀਨਾ ਆਪਣਾ ਸਿਰ ਝੁਕਾ ਕੇ ਬੈਠੀ ਰਹਿੰਦੀ ਹੈ। ਜਦੀ ਬਲਬੀਰ ਜੀ ਉੱਠ ਕੇ ਮੀਨਾ ਦੇ ਕੋਲ ਆਉਂਦੇ ਹਨ ਅਤੇ ਕਹਿੰਦੇ ਹਨ, ਮੀਨਾ ਬੇਟਾ, ਕਿਆ ਤੈਨੂੰ ਮੇਰਾ ਪੁੱਤ ਸੰਜੀਵ ਪਸੰਦ ਹੈ? ਕਿਆ ਤੂੰ ਮੇਰੇ ਪੁੱਤ ਨਾਲ ਵਿਆਹ ਕਰੇਂਗੀ? ਮੇਰਾ ਪੁੱਤ ਪੈਰਾਂ ਤੋਂ ਅਪਾਹਜ ਹੈ, ਬਸ ਇੱਕ ਇਹੀ ਕਮੀ ਹੈ। ਇਸ ਦੇ ਇਲਾਵਾ ਮੇਰੇ ਪੁੱਤ ਵਿੱਚ ਕੋਈ ਕਮੀ ਨਹੀਂ। ਮੇਰਾ ਪੁੱਤ ਹੀਰਾ ਹੈ, ਲੱਖਾਂ ਵਿੱਚ ਇੱਕ ਹੈ। ਮੀਨਾ ਸਿਰ ਉੱਪਰ ਚੁੱਕਦੀ ਹੈ ਅਤੇ ਬਲਬੀਰ ਜੀ ਨੂੰ ਦੇਖਦੀ ਹੈ। ਉਸ ਦੀ ਅੱਖਾਂ ਵਿੱਚ ਹੰਝੂ ਸੀ। ਬਲਬੀਰ ਜੀ ਦਾ ਹੱਥ ਆਪਣੇ ਹੱਥਾਂ ਵਿੱਚ ਲੈਂਦੀ ਹੈ ਅਤੇ ਕਹਿੰਦੀ ਹੈ, ਬਾਬੂ ਜੀ, ਸੰਜੀਵ ਨੂੰ ਮੈਂ ਬਚਪਨ ਤੋਂ ਹੀ ਚਾਹੁੰਦੀ ਹਾਂ। ਮੈਂ ਸੰਜੀਵ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ। ਸੰਜੀਵ ਸੱਚਮੁੱਚ ਇੱਕ ਹੀਰਾ ਹੈ ਅਤੇ ਮੈਂ ਉਸ ਨਾਲ ਤਰਸ ਖਾ ਕੇ ਨਹੀਂ ਬਲਕਿ ਉਸ ਨਾਲ ਪਿਆਰ ਕਰਦੀ ਹਾਂ। ਇਸ ਲਈ ਵਿਆਹ ਕਰਨਾ ਚਾਹੁੰਦੀ ਹਾਂ ਅਤੇ ਮੈਂ ਬਚਪਨ ਤੋਂ ਹੀ ਇਹੀ ਸੋਚਿਆ ਸੀ ਕਿ ਮੈਂ ਵਿਆਹ ਕਰੂੰਗੀ ਤਾਂ ਬਸ ਸੰਜੀਵ ਨਾਲ, ਨਹੀਂ ਤਾਂ ਮੈਂ ਵਿਆਹ ਹੀ ਨਹੀਂ ਕਰੂੰਗੀ।
ਪਰ ਮੈਂ ਇਹ ਗੱਲ ਕਿਸੇ ਨੂੰ ਨਹੀਂ ਦੱਸ ਪਾਈ, ਆਪਣੀ ਮਾਂ ਨੂੰ ਵੀ ਨਹੀਂ। ਇਹ ਸੁਣਦੇ ਹੀ ਬਲਬੀਰ ਜੀ ਭਾਵੁਕ ਹੋ ਜਾਂਦੇ ਹਨ ਅਤੇ ਉਹਨਾਂ ਦੀ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ। ਉਹ ਮੀਨਾ ਦੇ ਸਿਰ ਪਰ ਹੱਥ ਰੱਖਦੇ ਹਨ ਅਤੇ ਕਹਿੰਦੇ ਹਨ, ਜੁਗ ਜੁਗ ਜੀਓ ਪੁੱਤ। ਗੀਤਾ ਦੇਵੀ ਜੀ ਅਤੇ ਸ਼ੀਲਾ ਦੇਵੀ ਜੀ ਦੋਨੋਂ ਬਹੁਤ ਖੁਸ਼ ਹੋ ਜਾਂਦੀ ਹਨ ਅਤੇ ਸੰਜੀਵ ਦੀ ਖੁਸ਼ੀ ਦਾ ਟਿਕਾਣਾ ਹੀ ਨਹੀਂ ਸੀ। ਉਹ ਬਾਰ-ਬਾਰ ਮੀਨਾ ਨੂੰ ਦੇਖੇ ਜਾ ਰਿਹਾ ਸੀ। ਮੀਨਾ ਹੁਣ ਬਹੁਤ ਜ਼ਿਆਦਾ ਸ਼ਰਮਾ ਰਹੀ ਸੀ। ਕੁਝ ਦਿਨਾਂ ਬਾਅਦ ਸੰਜੀਵ ਅਤੇ ਮੀਨਾ ਦਾ ਵਿਆਹ ਬਹੁਤ ਧੂਮ-ਧਾਮ ਨਾਲ ਹੋ ਜਾਂਦਾ ਹੈ ਅਤੇ ਮੀਨਾ ਸੰਜੀਵ ਦਾ ਬਹੁਤ ਜ਼ਿਆਦਾ ਖਿਆਲ ਰੱਖਦੀ ਹੈ। ਆਪਣੀ ਸੱਸ ਗੀਤਾ ਦੇਵੀ ਜੀ ਦੀ ਵੀ ਬਹੁਤ ਸੇਵਾ ਕਰਦੀ ਹੈ ਅਤੇ ਉਹਨਾਂ ਨੂੰ ਕੋਈ ਵੀ ਕੰਮ ਨਹੀਂ ਕਰਨ ਦਿੰਦੀ ਹੈ। ਗੀਤਾ ਦੇਵੀ ਜੀ ਨੂੰ ਹੁਣ ਜਾ ਕੇ ਨੂੰਹ ਦਾ ਸੁੱਖ ਮਿਲਦਾ ਹੈ। ਬਲਬੀਰ ਜੀ ਹੁਣੇ ਵੀ ਚੋਰੀ-ਚੋਰੀ ਆਪਣੀ ਪਿਆਰੀ ਪਤਨੀ ਗੀਤਾ ਦੇਵੀ ਜੀ ਦੀ ਡਾਇਰੀ ਪੜ੍ਹਦੇ ਰਹਿੰਦੇ ਹਨ। ਹੁਣ ਗੀਤਾ ਦੇਵੀ ਜੀ ਦੀ ਡਾਇਰੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਸੀ। ਉਹ ਆਪਣੀ ਨੂੰਹ ਦੀ ਡਾਇਰੀ ਵਿੱਚ ਬਹੁਤ ਤਾਰੀਫ ਲਿਖਿਆ ਕਰਦੀ ਸੀ। ਜਿਸ ਬੇਟੀ ਦੀ ਤਮੰਨਾ ਮੈਨੂੰ ਸਾਲਾਂ ਤੋਂ ਸੀ, ਅੱਜ ਉਹ ਨੂੰਹ ਦੇ ਰੂਪ ਵਿੱਚ ਮੈਨੂੰ ਮਿਲ ਗਈ। ਬਲਬੀਰ ਜੀ ਬਹੁਤ ਖੁਸ਼ ਸੀ ਕਿਉਂਕਿ ਉਹਨਾਂ ਦਾ ਪਰਿਵਾਰ ਹੁਣ ਸੁਖੀ ਪਰਿਵਾਰ ਸੀ। ਸਟੋਰੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ।